ਤੁਹਾਡੀ ਕੰਪਨੀ ਕਹਿੰਦੇ ਕਿ ਆਫਰ ਦੇ ਰਹੇ ਆ, ਆਸਟ੍ਰੇਲੀਆ ਦੇ ਦਰਵਾਜ਼ੇ ਖੁੱਲਣ ਜਾ ਰਹੇ, ਤੇ ਇਹ ਆਫਰ ਕੀ ਹੈਗਾ? ਸਿਰਫ 10,000 ਰੁਪਏ ਦੇ ਵਿੱਚ ਹੀ ਅਸੀਂ ਉਹਨੂੰ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਜਿਹੜਾ ਲੈ ਕੇ ਦੇਵਾਂਗੇ। 10,000 ਦੇ ਵਿੱਚ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਕੋਈ ਵੀ ਬੱਚਾ ਅਪਲਾਈ ਕਰ ਸਕਦਾ ਹੈ? ਹਾਂਜੀ, ਇਹਦੇ ਵਿੱਚ ਅਸੀਂ ਇੱਕ ਲੱਕੀ ਡਰਾ ਕੱਢਣ ਜਾ ਰਹੇ ਹਾਂ ਜਿਹੜਾ 15 ਦਸੰਬਰ ਤੋਂ ਲੈ ਕੇ 15 ਜਨਵਰੀ ਦੇ ਲਈ ਵੈਲਿਡ ਹੋਊਗਾ। ਇੱਕ ਮੰਥ ਲਈ ਜਿੰਨੇ ਵੀ ਬੱਚੇ ਸਾਡੇ ਕੋਲ ਰਜਿਸਟਰ ਹੋਣਗੇ 15 ਦਸੰਬਰ ਤੋਂ ਲੈ ਕੇ ਬਿਟਵੀਨ 15 ਜਨਵਰੀ ਦੇ ਵਿੱਚ, ਉਹਨਾਂ ਬੱਚਿਆਂ ਦੇ ਵਿੱਚੋਂ 5 ਬੱਚਿਆਂ ਦਾ ਅਸੀਂ ਇੱਕ ਲੱਕੀ ਡਰਾ ਕੱਢਾਂਗੇ। ਇਹ ਜਿਹੜਾ ਡਰਾ ਤੁਸੀਂ ਕੱਢਣਾ ਹੈਗਾ, ਕਿਸ ਤਰੀਕੇ ਨਾਲ ਇਹਦਾ ਪ੍ਰੋਸੀਜਰ ਰਹਿਣਾ, ਬੱਚੇ ਕਿਸ ਤਰੀਕੇ ਨਾਲ ਅਪਲਾਈ ਕਰ ਸਕਦੇ ਨੇ, ਜਾਂ ਇਹਦੇ ਵਿੱਚ ਕੋਈ ਕ੍ਰਾਈਟੇਰੀਆ, ਕੋਈ ਲਿਮਿਟੇਸ਼ਨਸ, ਜਾਂ ਕੋਈ ਆਪਾਂ ਸਿੱਧੇ ਤੌਰ 'ਤੇ ਕਈ ਕੁਝ ਬਰੀਕ ਚੀਜ਼ਾਂ ਰੱਖੀਆਂ ਹੁੰਦੀਆਂ ਕਿ ਵੇਲੇ ਕਹਿੰਦੇ ਵੀ ਲੁਕੀਆਂ ਹੋਈਆਂ ਚੀਜ਼ਾਂ ਨੇ, ਉਹ ਚੀਜ਼ਾਂ ਕੀ ਹੈਗੀਆਂ ਨੇ? ਉਹਨਾਂ ਦੀ ਹੈਲਥ ਇੰਸ਼ੋਰੈਂਸ, ਉਹਨਾਂ ਦੀ ਟਿਊਸ਼ਨ ਫੀਸ, ਐਵਰੀਥਿੰਗ ਪੈਰਾਗੋਨ ਵੱਲੋਂ ਪੇ ਕੀਤਾ ਜਾਊਗਾ ਜੀ। ਅਗਰ ਤੁਸੀਂ ਆਪਣੀ ਗ੍ਰੈਜੂਏਸ਼ਨ 2020 ਜਾਂ 2021 ਦੇ ਵਿੱਚ ਕੀਤੀ ਆ, ਓਵਰ 6 2 ਦੇ ਵਿੱਚੋਂ ਤੁਹਾਡੇ 5.5 ਬੈਂਡ ਨੇ, ਤਾਂ ਵੀ ਤੁਸੀਂ ਇਸ ਡਰਾ ਲਈ ਐਲੀਜੀਬਲ ਹੈਗੇ ਹੋ। ਜੀ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਲੋਕੀ ਕੈਨੇਡਾ ਭੱਜਣ ਦੀ ਕੋਸ਼ਿਸ਼ ਕਰਦੇ ਆ, ਕੈਨੇਡਾ ਵੱਲੋਂ ਜਾਣ ਦੀ ਕੋਸ਼ਿਸ਼ ਕਰਦੇ ਆ। ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਕੈਨੇਡਾ ਛੱਡ ਕੇ ਆਸਟ੍ਰੇਲੀਆ ਵੱਲੋਂ ਕਿਉਂ ਭੇਜਣ ਦੀ ਕੋਸ਼ਿਸ਼ ਕਰ ਰਹੇ ਹੋ ਵਿਦਿਆਰਥੀ? ਉਹਨਾਂ ਨੂੰ ਵਿਦਿਆਰਥੀਆਂ ਦੀ ਬਹੁਤ ਜ਼ਿਆਦਾ ਲੋੜ ਆ, ਉੱਥੇ ਬਹੁਤ ਜ਼ਿਆਦਾ ਜਿਹੜੀ ਲੇਬਰ ਦੀ ਵੀ ਸ਼ਾਰਟੇਜ ਆ। 5.5 ਬੈਂਡ ਹੈਗੇ ਆ, ਅਸੀਂ ਓਵਰਆਲ 5.5 ਬੈਂਡ ਆ। 5 ਵਿੱਚ ਆ ਤੁਹਾਡੇ, ਤਾਂ ਤੁਸੀਂ ਡਿਪਲੋਮਾ ਕੈਟਾਗਰੀ ਆਸਟ੍ਰੇਲੀਆ ਐਜੂਕੇਸ਼ਨ ਸੈਕਟਰ ਲਈ ਅਪਲਾਈ ਕਰ ਸਕਦੇ ਹੋ। ਅਗਰ ਪੈਰਾਗੋਨ ਦੀ ਗੱਲ ਕਰੀਏ 5.5 ਤੇ ਅਸੀਂ ਤੁਹਾਡਾ ਵੀਜ਼ਾ ਅਪਲਾਈ ਕਰਾਂਗੇ। ਤੁਹਾਡੀ +3 2020 ਜਾਂ 2021 ਦੇ ਵਿੱਚ ਕੀਤੀ ਹੋਣੀ ਚਾਹੀਦੀ ਆ, ਤਾਂ ਕਿਸੇ ਤਰ੍ਹਾਂ ਦਾ ਤੁਸੀਂ ਕੋਈ ਐਡਵਾਂਸ ਨਹੀਂ ਦੇਣਾ। ਵਿਦਿਆਰਥੀਆਂ ਦੇ ਜ਼ਿਹਨ ਦੇ ਵਿੱਚ ਇਹਨੂੰ ਲੈ ਕੇ ਵੀ ਬਹੁਤ ਸਵਾਲ ਹੁੰਦੇ ਨੇ ਕਿ ਕਾਲਜ ਅਪਲਾਈ ਕਰਨ, ਕੋਰਸ ਕਿਹੜਾ ਚੁਣਨ, ਜਾਂ ਫਿਰ ਕਾਲਜ ਕਿਹੜਾ ਹੋਵੇ, ਸਰਕਾਰੀ ਹੋਵੇ, ਪ੍ਰਾਈਵੇਟ ਹੋਵੇ, ਜਿਹੜੇ ਕੋਰਸ ਹੋਣ ਉਹ ਯੂਨੀਵਰਸਿਟੀ ਤੋਂ ਲਏ ਜਾਣ ਜਾਂ ਫਿਰ ਕਾਲਜ ਤੋਂ ਲਏ ਜਾਣ। ਤਾਂ ਇਹ ਵੀ ਬੜੇ ਵੱਡੇ ਦਵੰਧ ਨੇ, ਬਹੁਤ ਵੱਡੇ ਸਵਾਲ ਨੇ ਇਹਨਾਂ ਦੇ ਵਿੱਚ ਵੀ। ਅਗਰ ਬੱਚਾ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਕਰ ਰਿਹਾ, ਤਾਂ ਜਿਹੜਾ ਹੁਣ ਓਪਨ ਵਰਕ ਪਰਮਿਟ ਆ ਜੀ, ਉਹਨਾਂ ਨੇ ਵਧਾ ਕੇ ਲੇਟੈਸਟ 10 ਦਿਨ ਪਹਿਲਾਂ ਜਿਹੜਾ ਹੈਗਾ 3 ਸਾਲ ਦਾ ਕਰਤਾ। ਇੱਕ ਬਹੁਤ ਵਧੀਆ ਅਸੀਂ ਕੀਤਾ ਜੀ। ਇੱਕ ਆਫਰ ਦਾ ਜ਼ਿਕਰ ਚੱਲ ਰਿਹਾ ਹੈਗਾ, ਤੁਹਾਡੀ ਕੰਪਨੀ ਕਹਿੰਦੇ ਕਿ ਆਫਰ ਦੇ ਰਹੇ ਆ, ਆਸਟ੍ਰੇਲੀਆ ਦੇ ਦਰਵਾਜ਼ੇ ਖੁੱਲਣ ਜਾ ਰਹੇ, ਤੇ ਇਹ ਆਫਰ ਕੀ ਹੈਗਾ? ਇਹ ਆਫਰ ਲੈ ਕੇ ਆਏ ਸੀ ਪਹਿਲੀ ਵਾਰ ਇਮੀਗ੍ਰੇਸ਼ਨ ਇੰਡਸਟਰੀ ਵਿੱਚ। ਤੁਸੀਂ ਦੀਵਾਲੀ ਤੇ ਆਫਰ ਸੁਣੇ ਹੋਣੇ, ਜਿੱਦਾਂ ਬਹੁਤ ਜ਼ਿਆਦਾ ਹਰ ਇੱਕ ਚੀਜ਼ ਆ, ਦੁਕਾਨਾਂ ਤੇ ਪ੍ਰਮੋਸ਼ਨ ਕਰਦੇ ਆ, ਨਿਊ ਈਅਰ। ਇਹ ਸਪੈਸ਼ਲ ਆ, ਇਹ ਬੱਚਿਆਂ ਲਈ ਪਹਿਲੀ ਵਾਰ ਪੈਰਾਗੋਨ ਕਰ ਰਿਹਾ। ਅੱਜ ਕੱਲ੍ਹ ਇੰਡਸਟਰੀਜ਼ ਨੇ ਕਿਸੇ ਨੇ ਨਹੀਂ ਕੀਤਾ ਕਿ ਕੋਈ ਵੀ ਬੱਚਾ ਆਪਣੀ ਕਿਸਮਤ ਅਜਮਾ ਸਕਦਾ ਸੀ। ਸਿਰਫ 10,000 ਰੁਪਏ ਦੇਣਾ ਬੱਚੇ ਨੇ, 10,000 ਪਲੱਸ GST ਜਿੰਨੀ ਵੀ ਉਹਦੀ ਬਣਦੀ ਆ। ਸਿਰਫ 10,000 ਰੁਪਏ ਦੇ ਵਿੱਚ ਹੀ ਅਸੀਂ ਉਹਨੂੰ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਜਿਹੜਾ ਲੈ ਕੇ ਦੇਵਾਂਗੇ। 10,000 ਦੇ ਵਿੱਚ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਕੋਈ ਵੀ ਬੱਚਾ ਅਪਲਾਈ ਕਰ ਸਕਦਾ ਹੈ? ਹਾਂਜੀ। ਇਹ ਜਿਹੜਾ ਡਰਾ ਤੁਸੀਂ ਕੱਢਣਾ ਹੈਗਾ, ਕਿਸ ਤਰੀਕੇ ਨਾਲ ਇਹਦਾ ਪ੍ਰੋਸੀਜਰ ਰਹਿਣਾ, ਬੱਚੇ ਕਿਸ ਤਰੀਕੇ ਨਾਲ ਅਪਲਾਈ ਕਰ ਸਕਦੇ ਨੇ, ਜਾਂ ਇਹਦੇ ਵਿੱਚ ਕੋਈ ਕ੍ਰਾਈਟੇਰੀਆ, ਕੋਈ ਲਿਮਿਟੇਸ਼ਨਸ, ਜਾਂ ਕੋਈ ਆਪਾਂ ਸਿੱਧੇ ਤੌਰ 'ਤੇ ਕਈ ਕੁਝ ਬਰੀਕ ਚੀਜ਼ਾਂ ਰੱਖੀਆਂ ਹੁੰਦੀਆਂ ਕਿ ਵੇਲੇ ਕਹਿੰਦੇ ਵੀ ਲੁਕੀਆਂ ਹੋਈਆਂ ਚੀਜ਼ਾਂ ਨੇ, ਉਹ ਚੀਜ਼ਾਂ ਕੀ ਹੈਗੀਆਂ ਨੇ? ਉਹ ਮੈਂ ਤੁਹਾਨੂੰ ਪੂਰਾ ਐਕਸਪਲੇਨ ਕਰੂੰਗਾ ਜੀ। ਇਹ ਗੱਲ ਬਿਲਕੁਲ ਤੁਹਾਡੀ ਸਹੀ ਹੈ। ਇਹ ਨਹੀਂ ਹੈਗਾ ਕਿ ਅਸੀਂ ਲੱਖਾਂ ਬੱਚੇ ਨੂੰ 10,000 ਦੇ ਵਿੱਚ ਭੇਜ ਦਾਂਗੇ, ਕਿਉਂਕਿ ਓਬਵੀਅਸਲੀ 5 ਲੱਖ ਦਾ ਬੱਚੇ ਦੀ ਜਿਹੜੀ ਫੀਸ ਆ, ਟਿਊਸ਼ਨ ਫੀਸ ਹੀ ਬਣ ਜਾਂਦੀ ਆ। ਉਸ ਤੋਂ ਬਾਅਦ ਹੈਲਥ ਇੰਸ਼ੋਰੈਂਸ ਦਾ ਪੇ ਕਰਨਾ ਪੈਂਦਾ, ਐਮਬੈਸੀ ਫੀਸ ਪੇ ਕਰਨੀ ਪੈਂਦੀ ਆ। ਤਾਂ ਸਾਡੀ ਇੰਨੀ ਕਪੈਸਿਟੀ ਨਹੀਂ ਕਿ ਲੱਖਾਂ ਬੱਚੇ ਨੂੰ ਅਸੀਂ 10,000 ਹਰ ਇੱਕ ਨੂੰ 10,000, ਤਾਂ ਬਿਲਕੁਲ ਝੂਠ ਹੋਊਗਾ। ਤਾਂ ਇਹਦੇ ਵਿੱਚ ਅਸੀਂ ਇੱਕ ਲੱਕੀ ਡਰਾ ਕੱਢਣ ਜਾ ਰਹੇ ਹਾਂ ਜਿਹੜਾ 15 ਦਸੰਬਰ ਤੋਂ ਲੈ ਕੇ 15 ਜਨਵਰੀ ਦੇ ਲਈ ਵੈਲਿਡ ਹੋਊਗਾ। ਇੱਕ ਮੰਥ ਲਈ ਜਿੰਨੇ ਵੀ ਬੱਚੇ ਸਾਡੇ ਕੋਲ ਰਜਿਸਟਰ ਹੋਣਗੇ 15 ਦਸੰਬਰ ਤੋਂ ਲੈ ਕੇ ਬਿਟਵੀਨ 15 ਜਨਵਰੀ ਦੇ ਵਿੱਚ, ਉਹਨਾਂ ਬੱਚਿਆਂ ਦੇ ਵਿੱਚੋਂ 5 ਬੱਚਿਆਂ ਦਾ ਅਸੀਂ ਇੱਕ ਲੱਕੀ ਡਰਾ ਕੱਢਾਂਗੇ 15 ਜਨਵਰੀ ਨੂੰ। ਜਿਹੜੇ ਬੱਚਿਆਂ ਦਾ ਉਸ ਦੇ ਵਿੱਚ ਨਾਮ ਆਊ, ਉਹਨਾਂ ਦੀ ਐਮਬੈਸੀ ਫੀਸ, ਉਹਨਾਂ ਦੀ ਐਪਲੀਕੇਸ਼ਨ ਫੀਸ, ਉਹਨਾਂ ਦੀ ਹੈਲਥ ਇੰਸ਼ੋਰੈਂਸ, ਉਹਨਾਂ ਦੀ ਟਿਊਸ਼ਨ ਫੀਸ, ਐਵਰੀਥਿੰਗ ਸਾਰਾ ਕੁਛ ਪੈਰਾਗੋਨ ਵੱਲੋਂ ਪੇ ਕੀਤਾ ਜਾਊਗਾ ਜੀ। ਜਾਣੀ ਕਿ ਕੋਈ ਵੀ ਖਰਚਾ ਉਹਨੂੰ ਕਰਨ ਦੀ ਲੋੜ ਨਹੀਂ, ਉਹਨੂੰ ਰਜਿਸਟ੍ਰੇਸ਼ਨ ਕਰਾਉਣੀ ਪਵੇਗੀ 10,000 ਰੁਪਏ ਦੇ ਕੇ ਪਲੱਸ GST ਜਿਹੜਾ ਤੁਸੀਂ ਕਹਿ ਰਹੇ ਹੋ। ਹਾਂਜੀ। ਉਸ ਤੋਂ ਬਾਅਦ ਜਾਣੀ ਕਿ ਬਾਕੀ ਸਾਰੀਆਂ ਚੀਜ਼ਾਂ ਉਹਦੀਆਂ ਮੁਫਤ ਹੋ ਜਾਣਗੀਆਂ। ਹਾਂਜੀ, ਇਹ ਤੁਸੀਂ ਬਿਲਕੁਲ ਸਹੀ ਸੁਣਿਆ ਕਿ ਸਿਰਫ 10,000 ਰੁਪਏ ਲੈ ਕੇ ਉਹਨੇ ਰਜਿਸਟ੍ਰੇਸ਼ਨ ਕਰਵਾਉਣੀ ਆ। ਤਾਂ ਜਿਹੜੇ ਬੱਚੇ ਦਾ ਵੀ ਨਾਮ ਡਰਾ ਦੇ ਵਿੱਚ ਆ ਗਿਆ, ਤਾਂ ਉਹ ਸਾਰਾ ਕੁਛ ਪੈਰਾਗੋਨ ਗਰੁੱਪ ਵੱਲੋਂ ਪੇ ਕੀਤਾ ਜਾਊਗਾ। ਬਾਈ ਜੀ, ਇਹ ਜਿਹੜਾ ਤੁਸੀਂ ਆਪਣੇ ਵੱਲੋਂ ਕਹਿ ਰਹੇ ਹੋ ਕਿ ਪੈਰਾਗੋਨ ਗਰੁੱਪ ਇਹ ਸਾਰਾ ਕੁਛ ਫ੍ਰੀ ਦੇਵੇਗਾ, 5 ਵਿਦਿਆਰਥੀ ਜਾਂ 5 ਬੱਚੇ ਜਿਹੜੇ ਚੁਣੇ ਜਾਣਗੇ, ਉਹਨਾਂ ਦੀ ਚੋਣ ਕਿਸ ਤਰੀਕੇ ਨਾਲ ਹੋਣੀ ਹੈ? ਡਰਾ ਕੱਢਿਆ ਕਿਸ ਤਰੀਕੇ ਨਾਲ ਜਾਣਾ ਹੈਗਾ? ਇਹਦੇ ਵਿੱਚ ਮੈਂ ਦੱਸਦਾ ਪਹਿਲਾਂ ਤਾਂ ਐਲੀਜੀਬਿਲਟੀ, ਇਹਦੇ ਵਿੱਚ ਕਿਹੜੇ ਬੱਚੇ ਐਲੀਜੀਬਲ ਹੋਣਗੇ। ਇਹ ਨਹੀਂ ਹੈਗਾ ਕੋਈ ਬੱਚੇ ਨੂੰ 10 ਸਾਲ ਪਹਿਲਾਂ ਉਹਨੇ ਪੜ੍ਹਾਈ ਛੱਡਤੀ ਜਾਂ 15 ਅਸੀਂ ਸਿਰਫ 10,000 ਰੁਪਏ ਇਕੱਠਾ ਕਰਕੇ ਲੈ ਜਾਈਏ ਤੇ ਉਸ ਤੋਂ ਬਾਅਦ ਵੀਜ਼ਾ ਕਿਸੇ ਦਾ ਵੀ ਨਾ ਆਵੇ, ਇਹ ਅਸੀਂ ਨਹੀਂ ਕਰਨਾ ਹੈਗਾ। ਤਾਂ ਇਹਦੇ ਵਿੱਚ ਐਲੀਜੀਬਿਲਟੀ ਜਿਹੜੇ ਬੱਚੇ ਨੇ ਆਪਣੀ +2 2020 ਜਾਂ 2021 ਦੇ ਵਿੱਚ ਪਾਸ ਆਊਟ ਕੀਤੀ ਆ, ਚਾਹੇ ਉਹ ਪੰਜਾਬ ਬੋਰਡ ਤੋਂ ਕੀਤੀ ਆ, ਹਰਿਆਣਾ ਬੋਰਡ ਤੋਂ ਕੀਤੀ ਆ, CBSE ਬੋਰਡ ਤੋਂ ਕੀਤੀ ਆ, ਕਿਸੇ ਵੀ ਸਟਰੀਮ ਦੇ ਵਿੱਚ ਓਵਰਆਲ 5.5 ਬੈਂਡ ਜਿਹੜੇ ਉਹਦੇ ਹੈਗੇ ਆ ਜੀ, ਉਹ ਬੱਚਾ ਐਲੀਜੀਬਲ ਹੋਊਗਾ ਜੀ। ਜਾਣੀ ਕਿ ਇਹ ਕੰਡੀਸ਼ਨਸ ਹੈਗੀਆਂ ਨੇ ਕਿ ਬੱਚਾ ਐਲੀਜੀਬਲ ਹੋਵੇ ਘੱਟੋ ਘੱਟ
ਵੀ ਤਾਂ ਅਸੀਂ ਫਾਈਲ ਉਹਦੀ ਅਪਲਾਈ ਕਰ ਦੇਵਾਂਗੇ ਮੁਫਤ। ਆਬਵੀਅਸਲੀ ਸਰ ਮੰਨ ਲਓ ਕਿ ਚਲੋ ਜੀ 100 ਬੱਚਾ ਮੇਰੇ ਕੋਲ ਆ ਗਿਆ, ਸਾਰਿਆਂ ਨੇ 10,000 ਰੁਪਏ ਦਿੱਤਾ, ਕਿਸੇ ਦੀ ਆਈਲੈਟਸ ਨਹੀਂ ਹੈਗੀ, ਕਿਸੇ ਦਾ 10 ਸਾਲ ਦਾ ਗੈਪ ਆ, ਉਹਦਾ ਅਸੀਂ ਡਰਾ ਕੱਢ ਕੇ ਵੀ ਕੀ ਲੈਣਾ, ਜਾਂ ਉਹਦਾ ਡਰਾ ਵੀ ਨਿਕਲ ਗਿਆ। ਯਾਨੀ ਕਿ ਬੱਚਾ ਐਲੀਜੀਬਲ ਹੋਵੇ ਪਰ ਕਿਤੇ ਨਾ ਕਿਤੇ ਕਈ ਵੇਲੇ ਹੁੰਦੇ ਆ ਨਾ ਕਿ ਘਰੋਂ ਉਨੀ ਪੈਸੇ ਨਹੀਂ ਲੱਗ ਸਕਦੇ, ਤਾਂ ਉਹ ਪੈਸਿਆਂ ਪੱਖੋਂ ਕਈ ਵੇਲੇ ਬਹੁਤ ਸਾਰੇ ਵਿਦਿਆਰਥੀ ਰਹਿ ਜਾਂਦੇ ਨੇ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੇ ਲਈ, ਤੇ ਇਹ ਸਿੱਧੇ ਤੌਰ ਤੇ ਆਫਰ ਉਹਨਾਂ ਦੇ ਲਈ ਹੈਗੀ, ਕਿਸਮਤ ਉਹ ਅਜਮਾ ਸਕਦੇ ਆ ਇਸ ਵੇਲੇ ਵੀ ਜਿਨ੍ਹਾਂ ਨੇ ਬਾਕੀ ਸਾਰੀਆਂ ਚੀਜ਼ਾਂ ਪੂਰੀਆਂ ਕੀਤੀਆਂ ਹੋਈਆਂ ਨੇ, ਆਇਲਸ 'ਚੋਂ ਬੈਂਡ ਵਧੀਆ ਆਏ ਹੋਏ ਆ, ਨਾਲ ਦੀ ਨਾਲ ਪੜ੍ਹਾਈ ਪੱਖੋਂ ਵੀ ਵਧੀਆ ਹੈਗੇ, ਤਾਂ ਉਹ ਆਪਣੀ ਕਿਸਮਤ ਅਜਮਾ ਸਕਦੇ ਆ ਇੱਥੇ ਆਣ ਕੇ। ਹਾਂਜੀ ਬਿਲਕੁਲ ਤੁਸੀਂ ਠੀਕ ਕਿਹਾ ਸੀ, ਮੈਂ ਦੁਬਾਰਾ ਰਿਪੀਟ ਕਰ ਰਿਹਾ ਸੀ। ਅਗਰ ਤੁਸੀਂ +2 2020 ਜਾਂ 21 ਦੇ ਵਿੱਚ ਕੀਤੀ ਆ, ਉਸ ਤੋਂ ਬਾਅਦ ਗ੍ਰੈਜੂਏਸ਼ਨ ਵਾਲਿਆਂ ਤੇ ਆਪਾਂ ਜਾਂਦੇ ਸੀ। ਅਗਰ ਤੁਸੀਂ ਆਪਣੀ ਗ੍ਰੈਜੂਏਸ਼ਨ 2020 ਜਾਂ 2021 ਦੇ ਵਿੱਚ ਕੀਤੀ ਆ, ਓਵਰ 6 2 ਦੇ ਵਿੱਚੋਂ ਤੁਹਾਡੇ 5.5 ਬੈਂਡ ਨੇ, ਤਾਂ ਵੀ ਤੁਸੀਂ ਇਸ ਡਰਾਅ ਲਈ ਐਲੀਜੀਬਲ ਹੈਗੇ ਹੋ ਜੀ। ਅਗਰ ਤੁਸੀਂ ਆਈਲੈਟਸ ਨਹੀਂ ਕੀਤੀ, ਤੁਹਾਡਾ ਬਹੁਤ ਜ਼ਿਆਦਾ ਗੈਪ ਆ, ਤਾਂ ਤੁਸੀਂ ਇਸ ਡਰਾਅ ਲਈ ਐਲੀਜੀਬਲ ਨਹੀਂ ਹੈਗੀ। ਤੁਸੀਂ ਡਰਾਅ ਪਾ ਵੀ ਦਿੰਦੇ ਹੋ, ਤੁਹਾਡਾ ਨਾਮ ਵੀ ਆ ਜਾਂਦਾ, ਤਾਂ ਤੁਹਾਡਾ ਵੀਜ਼ਾ ਨਹੀਂ ਆਉਣਾ। ਵੀਜ਼ਾ ਨਹੀਂ ਆਇਆ ਤਾਂ ਤੁਸੀਂ ਕਿਸੇ ਹੋਰ ਬੱਚੇ ਦੀ ਸੀਟ ਖਰਾਬ ਕਰੋਗੇ, ਕਿਸੇ ਕੋਈ ਗਰੀਬ ਬੱਚਾ ਰਹਿ ਜਾਊਗਾ। ਮੰਨ ਲਓ ਕਿਸੇ ਬੱਚਾ ਕੋਈ ਐਲੀਜੀਬਲ ਹੈਗਾ, ਉਹਨੇ ਆਪਣੀ +2 ਕੀਤੀ ਆ, ਆਫਿਸ ਦੇ ਵਿੱਚ ਮੇਰੇ ਕੋਲ 2 ਬੱਚਿਆਂ ਨੇ ਵਿਜ਼ਿਟ ਕੀਤਾ, ਬਹੁਤ ਵਧੀਆ ਉਹਨਾਂ ਦੀ ਪ੍ਰੋਫਾਈਲ ਸੀ। 1 ਸਾਲ ਪਹਿਲਾਂ ਉਹਨਾਂ ਨੇ ਜਿਹੜਾ ਆਪਣਾ ਆਈਲੈਟਸ ਕਰਿਆ ਹੋਇਆ ਸੀਗਾ, ਪਰ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਅਪਲਾਈ ਕਿਉਂ ਨਹੀਂ ਕੀਤਾ, ਉਹ ਕਹਿੰਦੇ ਸਰ ਜੀ ਸਾਡੇ ਕੋਲ ਜਿਹੜੇ ਮੇਰੇ ਡੈਡੀ ਆ ਉਹ ਦਿਹਾੜੀ ਕਰਦੇ ਆ, ਉਹਦੀ ਪਰਸੈਂਟੇਜ ਵੀ ਵਧੀਆ ਸੀਗੀ ਬੱਚੇ ਦੀ, ਉਹ ਐਲੀਜੀਬਲ ਸੀਗਾ। ਤਾਂ ਉਸ ਤੋਂ ਬਾਅਦ ਇਹ ਸਾਡਾ ਜਿਹੜਾ ਆਈਡੀਆ ਮੈਨੂੰ ਆਇਆ ਵੀ ਪਲਾਨ ਬਣਿਆ ਕਿ ਇਦਾਂ ਦੇ ਵਿਦਿਆਰਥੀਆਂ ਦੀ ਮਦਦ ਕੀਤੀ ਜਾ ਸਕਦੀ ਹੈ। ਅੱਜ ਘੱਟੋ ਘੱਟ ਉਹਨਾਂ ਨੂੰ ਇੱਕ ਮੌਕਾ ਤਾਂ ਮਿਲੇ, ਜੇ ਪਰਮਾਤਮਾ ਉਹਨਾਂ ਦੇ ਮਿਹਰਬਾਨ ਹੁੰਦਾਗਾ। ਕਿਉਂਕਿ ਦੇਖੋ ਜੇ ਮੈਂ ਤਾਂ ਇੱਕ ਬੱਚੇ ਨੂੰ ਭੇਜ ਦੂੰਗਾ ਜੀ, 2 ਨੂੰ ਭੇਜ ਦੂੰਗਾ, ਤਾਂ ਬਹੁਤ ਜ਼ਿਆਦਾ ਬੱਚਿਆਂ ਨੂੰ ਅਸੀਂ ਨਹੀਂ ਭੇਜ ਸਕਦੇ। ਤਾਂ ਇੱਕ ਡਰਾਗ ਆ ਜੀ, ਕਿਸੇ ਦੀ ਕਿਸਮਤ ਚਮਕ ਸਕਦੀ ਆ। ਇਹ ਨਹੀਂ ਹੈਗਾ ਕਿ ਮੰਨ ਲਓ ਬੱਚੇ ਕੋਲ ਚਾਹੇ ਪੈਸੇ ਵੀ ਆ, ਬੱਚਾ ਲੇਟੈਸਟ ਪਾਸ ਆਊਟ ਆ, ਕੈਨੇਡਾ ਤੋਂ ਦੀਆਂ 3 ਰਫੀਲ ਆ ਗਈਆਂ, ਤਾਂ ਜੇ ਉਹਦਾ ਡਰਾ ਦੇ ਵਿੱਚ ਨਾਮ ਆ ਗਿਆ, ਚਾਹੇ ਉਹਦੇ ਕੋਲ ਪੈਸੇ ਆ, ਤਾਂ ਅਸੀਂ ਉਹਨੂੰ ਵੀ ਭੇਜਾਂਗੇ। ਜਾਣੀ ਕਿ ਉਹ ਕ੍ਰਾਈਟੇਰੀਆ ਪੂਰਾ ਕਰਦਾ ਹੋਣਾ ਚਾਹੀਦਾ, ਫਿਰ ਉਹਦਾ ਜੇ ਡਰਾ ਨਿਕਲਦਾ ਉਹਨੂੰ ਤੁਸੀਂ ਬਾਹਰ ਭੇਜੋਗੇ। ਜਾਣੀ ਕਿ 5 ਵਿਦਿਆਰਥੀ। ਬਾਈ ਸਭ ਤੋਂ ਇੱਕ ਬੜੀ ਅਹਿਮ ਚੀਜ਼ ਹੈ ਇਸ ਵੇਲੇ ਜਿਹੜੇ ਹਾਲਾਤ ਨੇ, ਤਾਂ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਲੋਕੀ ਕੈਨੇਡਾ ਭੱਜਣ ਦੀ ਕੋਸ਼ਿਸ਼ ਕਰਦੇ ਆ, ਕੈਨੇਡਾ ਵੱਲੋਂ ਜਾਣ ਦੀ ਕੋਸ਼ਿਸ਼ ਕਰਦੇ ਆ। ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਕੈਨੇਡਾ ਛੱਡ ਕੇ ਆਸਟ੍ਰੇਲੀਆ ਵੱਲੋਂ ਕਿਉਂ ਭੇਜਣ ਦੀ ਕੋਸ਼ਿਸ਼ ਕਰ ਰਹੇ ਵਿਦਿਆਰਥੀਆਂ ਨੂੰ? ਅਸੀਂ ਐਕਚੁਅਲੀ ਸ਼ੁਰੂ ਤੋਂ ਹੀ ਆਸਟ੍ਰੇਲੀਆ ਪ੍ਰਮੋਟ ਕਰਦੇ ਹਾਂ ਜੀ। ਤੁਸੀਂ ਪੁਰਾਣੀਆਂ ਲੋਕੇਸ਼ ਜੀ ਨਾਲ ਵੀ ਮੇਰੇ ਵੀਡੀਓ ਦੇਖੋਗੇ, ਮੈਂ ਉਦੋਂ ਵੀ ਆਸਟ੍ਰੇਲੀਆ ਪ੍ਰਮੋਟ ਕਰਦਾ ਸੀਗਾ। ਜਿੱਦਾਂ ਹਰ ਇੱਕ ਬੰਦੇ ਦੀ ਆਪਣੀ ਸਪੈਸ਼ਲਾਈਜੇਸ਼ਨ ਹੁੰਦੀ ਆ ਕਿ ਹੁਣ ਕੋਈ ਦੰਦਾਂ ਦਾ ਡਾਕਟਰ ਆ ਤਾਂ ਉਹ ਦੰਦਾਂ ਦਾ ਇਲਾਜ ਕਰੇ ਤਾਂ ਜ਼ਿਆਦਾ ਵਧੀਆ, ਜੇ ਉਹ ਪੇਟ ਦਾ ਇਲਾਜ ਕਰੂਗਾ ਤਾਂ ਉਹ ਗੜਬੜ ਹੋਊਗੀ। ਤਾਂ ਕੁਛ ਤੁਸੀਂ ਦੇਖਿਆ ਸੀ, ਹੁਣ ਪਹਿਲਾਂ ਯੂਕੇ ਦੀ ਵੀਡੀਓ ਪਾ ਰਹੇ ਸੀ, ਇਸ ਤੋਂ ਪਹਿਲਾਂ ਕੈਨੇਡਾ ਪਾ ਰਹੇ ਸੀ, ਫਿਰ ਯੂਕਰੇਨ ਦੀ ਵੀਡੀਓ ਪਾ ਰਹੇ ਸੀ, ਹੁਣ ਉਹਨਾਂ ਨੇ ਆਸਟ੍ਰੇਲੀਆ ਫੜ ਲਿਆ। ਪਰ ਅਸੀਂ ਸ਼ੁਰੂ ਤੋਂ ਆਸਟ੍ਰੇਲੀਆ ਪ੍ਰਮੋਟ ਕਰ ਰਹੇ ਹਾਂ, ਆਸਟ੍ਰੇਲੀਆ ਦੇ ਹੀ ਅਸੀਂ ਮਾਹਿਰ ਹਾਂ, ਤਾਂ ਇਸ ਕਰਕੇ ਅਸੀਂ ਆਸਟ੍ਰੇਲੀਆ ਦੀ ਜ਼ਿਆਦਾ ਐਡ ਕਰਦੇ ਹਾਂ। ਅਸੀਂ ਕੈਨੇਡਾ ਬਹੁਤ ਘੱਟ ਜਿਹੜਾ ਪ੍ਰਮੋਟ ਕੀਤਾ ਸੀ। ਆਸਟ੍ਰੇਲੀਆ ਵੱਲਾਂ ਹੀ ਤੁਹਾਡੀ ਸਪੈਸ਼ਲਾਈਜੇਸ਼ਨ ਹੈਗੀ ਹੈ, ਜਾਣੀ ਕਿ ਤੁਹਾਡੀ ਆਪਾਂ ਕਹਿ ਲਈ ਮਹਾਰਤ ਉਧਰਲੇ ਪਾਸੇ ਹੈਗੀ, ਤਾਂ ਹੀ ਕਰਕੇ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਜਿਹੜੇ ਦਰਵਾਜ਼ੇ ਹੁਣ ਖੁੱਲ੍ਹਣ ਜਾ ਰਹੇ ਨੇ ਉਧਰ ਨੂੰ ਵਿਦਿਆਰਥੀਆਂ ਨੂੰ ਭੇਜਿਆ ਜਾਵੇ। ਬਾਈ ਜੀ ਸਭ ਤੋਂ ਪਹਿਲਾਂ ਇੱਕ ਬੜੀ ਅਹਿਮ ਚਰਚਾ ਰਹੀ ਹੈ ਕਿ ਦਸੰਬਰ ਦੇ ਪਹਿਲੇ ਹਫ਼ਤੇ ਪਹਿਲਾਂ ਕਹਿੰਦੇ ਸੀ ਖੁੱਲ੍ਹ ਜਾਣਾ ਹੈਗਾ ਆਸਟ੍ਰੇਲੀਆ, ਡਿਲੇ ਆ ਗਈ, ਕਾਰਨ ਕੀ ਰਹੇ ਨੇ ਤੇ ਹੁਣ ਕਦੋਂ ਤੱਕ ਖੁੱਲ੍ਹਣ ਜਾ ਰਿਹਾ, ਇਨਟੇਕ ਕੀ ਹੈਗੇ, ਕਿਹੜੀਆਂ ਤਰੀਕਾਂ ਹੈਗੀਆਂ ਨੇ? ਐਕਚੁਅਲੀ ਗੁਰੂ ਨਾਨਕ ਦੇਵ ਜੀ ਜਦੋਂ ਗੁਰਪੁਰਬ ਆਇਆ ਸੀ ਉਸ ਦਿਨ ਤੋਂ ਬਹੁਤ ਵਧੀਆ ਖੁਸ਼ਖਬਰੀਆਂ ਮਿਲ ਰਹੀਆਂ ਸੀ ਜੀ। ਉਸ ਤੋਂ ਬਾਅਦ ਆਸਟ੍ਰੇਲੀਆ ਨੇ 2 ਸਾਲ ਬਾਅਦ ਆਪਣੇ ਜਿਹੜੇ ਦਰਵਾਜ਼ੇ ਵਿਦਿਆਰਥੀਆਂ ਲਈ ਖੋਲ੍ਹਿਆ, ਉਹਦੇ ਵਿੱਚ ਥੋੜਾ ਡਿਲੇ ਆਇਆ, ਜ਼ਿਆਦਾ ਨਹੀਂ ਮੈਂ ਕਹੂੰ ਕਿ ਥੋੜਾ ਜੋ ਓਮਿਕਰੌਨ ਜੋ ਨਿਊ ਵਾਇਰਸ ਆਇਆ ਉਸ ਕਰਕੇ ਥੋੜਾ ਡਿਲੇ ਹੋਇਆ, ਪਰ ਡੈਫੀਨੇਟਲੀ 100% ਆ ਜਿਹੜੇ ਆਸਟ੍ਰੇਲੀਆ ਦੀਆਂ ਫਲਾਈਟਾਂ ਚੱਲਣਗੀਆਂ ਸੀ। 15 ਦਸੰਬਰ ਨੂੰ 90% ਸੰਭਾਵਨਾ ਹੈ ਕਿ 15 ਦਸੰਬਰ ਨੂੰ ਚੱਲ ਪੈਣਗੀਆਂ। ਜੇ 15 ਨੂੰ ਨਹੀਂ ਚੱਲਦੀਆਂ ਤਾਂ ਜਨਵਰੀ ਦੇ ਵਿੱਚ 100% ਜਿਹੜੀ ਆਸਟ੍ਰੇਲੀਆ ਦੀਆਂ ਫਲਾਈਟਾਂ ਚੱਲਣਗੀਆਂ, ਕਿਉਂਕਿ ਉਹਨਾਂ ਨੂੰ ਵਿਦਿਆਰਥੀਆਂ ਦੀ ਬਹੁਤ ਜ਼ਿਆਦਾ ਲੋੜ ਆ, ਉੱਥੇ ਬਹੁਤ ਜ਼ਿਆਦਾ ਜਿਹੜੀ ਲੇਬਰ ਦੀ ਵੀ ਸ਼ਾਰਟੇਜ ਆ, ਇਸੇ ਲਈ ਉਹ ਵਰਕ ਪਰਮਿਟ ਵਾਲਿਆਂ ਨੂੰ ਵਾਪਸ ਬੁਲਾ ਰਿਹਾ ਤੇ ਵਿਦਿਆਰਥੀ ਵੀ ਉੱਥੇ 100% ਜਿਹੜੀਆਂ ਫਲਾਈਟਾਂ ਜਨਵਰੀ ਦੇ ਵਿੱਚ ਤਾਂ ਚੱਲੀ ਪੈਣਗੀਆਂ। ਇਹ ਲੰਬਾ ਗੈਪ ਰਿਹਾ 2 ਸਾਲ ਦਾ, ਤੁਸੀਂ ਦੇਖਿਆ ਹੋਣਾ ਕਿ ਇਸ ਤਰੀਕੇ ਨਾਲ ਬਹੁਤ ਸਾਰੀਆਂ ਫਾਈਲਾਂ ਜਿਹੜੀਆਂ ਆਸਟ੍ਰੇਲੀਆ ਨੂੰ ਲੱਗਣੀਆਂ ਸੀ ਉਹ ਡਿਲੇ ਦੇ ਵਿੱਚ ਆ ਗਈਆਂ। ਤਾਂ ਇਸ ਵੇਲੇ ਜਿਸ ਤਰੀਕੇ ਦੇ ਹਾਲਾਤ ਨੇ ਬਾਈ ਜੀ, ਸਭ ਤੋਂ ਪਹਿਲਾਂ ਤਾਂ ਇਹ ਵੀ ਸਮਝਣਾ ਪਵੇਗਾ ਕਿ ਕੀ ਇਕੱਲੇ ਵਿਦਿਆਰਥੀਆਂ ਦੇ ਲਈ ਰਾਹ ਖੁੱਲ੍ਹੇ ਨੇ ਜਾਂ ਸਪਾਊਸ ਤੇ ਜਿਨ੍ਹਾਂ ਨੇ ਜਾਣਾ ਜਾਂ ਹੋਰ ਵਰਕ ਪਰਮਿਟ ਤੇ ਜਾਣਾ ਜਾਂ ਹੋਰ ਫਾਈਲਾਂ ਜਿਹੜੀਆਂ ਲਗਾਉਣੀਆਂ ਨੇ ਉਹਨਾਂ ਲਈ ਵੀ ਇਸ ਵੇਲੇ ਜਿਹੜੀ ਆਸਟ੍ਰੇਲੀਆ ਦੀ ਸਰਕਾਰ ਆ ਉਹ ਦਰਵਾਜ਼ੇ ਖੋਲ੍ਹ ਰਹੀ ਹੈ ਇਸ ਵੇਲੇ? ਹਾਂਜੀ 100% ਜਿਹੜੇ ਦਰਵਾਜ਼ੇ ਖੁੱਲ੍ਹੇ ਆ ਜੀ। ਪਹਿਲਾਂ ਤਾਂ ਸਭ ਤੋਂ ਪਹਿਲਾਂ ਜਿਹੜੇ ਉੱਥੋਂ ਬੱਚੇ ਆਏ ਹੋਏ ਆ ਵਾਪਸ, ਜਿਹੜੇ ਵਰਕ 485 ਤੇ ਜੋ ਇੱਥੇ ਰਹਿ ਰਹੇ ਸੀ, ਈਵਨ ਗੌਰਮੈਂਟ ਨੇ ਬਹੁਤ ਵਧੀਆ, ਆਸਟ੍ਰੇਲੀਆ ਗੌਰਮੈਂਟ ਨੇ ਬਹੁਤ ਵਧੀਆ ਜਿਹੜਾ ਮੌਕਾ ਦਿੱਤਾ ਉਹ ਬੱਚਿਆਂ ਨੂੰ ਜਿਹੜੇ 485 ਤੇ ਇੰਡੀਆ ਦੇ ਵਿੱਚ ਰਹਿ ਰਹੇ ਸੀ, ਜਿਨ੍ਹਾਂ ਦਾ ਵੀਜ਼ਾ ਐਕਸਪਾਇਰ ਹੋ ਗਿਆ ਸੀ, ਉਹ ਦੁਬਾਰਾ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਆ ਫ੍ਰੀ ਆਫ ਕਾਸਟ। ਉਹਨਾਂ ਤੋਂ ਅੰਬੈਸੀ ਫੀਸ ਵੀ ਨਹੀਂ ਲਈ ਜਾ ਰਹੀ ਸੀ। ਉਸ ਤੋਂ ਬਾਅਦ ਜਿਹੜੇ ਸਟੂਡੈਂਟ 100% ਡੈਫੀਨੇਟਲੀ ਅਪਲਾਈ ਕਰ ਸਕਦੇ ਆ ਜੀ। ਸਭ ਤੋਂ ਵੱਡੀ ਗੱਲ, ਜਿੱਦਾਂ ਤੁਸੀਂ ਹੋਰ ਵੀ ਇੰਟਰਵਿਊ ਕਰ ਰਹੇ ਹੋ, ਕੈਨੇਡਾ ਦੇ ਵਿੱਚ ਇਸ ਟਾਈਮ ਜਿਹੜੇ ਸਪਾਊਸ ਵੀਜ਼ਾ ਅਪਲਾਈ ਕਰ ਰਿਹਾ, ਓਪਨ ਵਰਕ ਪਰਮਿਟ ਅਪਲਾਈ ਕਰ ਰਿਹਾ, ਉਹਨਾਂ ਦਾ ਵੀਜ਼ਾ ਬਹੁਤ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਜਿਹੜੀ ਰਿਫਿਊਜ਼ਲ ਦੇਖਣ ਨੂੰ ਮਿਲ ਰਹੀ ਆ। ਬਹੁਤ ਜ਼ਿਆਦਾ, ਜਿੱਦਾਂ ਵਾਈਫ ਪਹਿਲਾਂ ਚਲੀ ਜਾਂਦੀ ਸੀ, ਉਸ ਤੋਂ ਬਾਅਦ 3-4 ਸਾਲ ਹੋ ਗਏ
ਵਾਰ-ਵਾਰ ਫੀਲ ਆ ਰਹੀਆਂ ਨੇ ਓਪਨ ਵਰਕ ਪਰਮਿਟ ਦੀਆਂ। ਪਰ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਡਾ ਫਾਇਦਾ ਕੀ ਹੈਗਾ ਕਿ ਤੁਸੀਂ ਆਪਣੇ ਸਪਾਊਸ ਦੇ ਨਾਲ ਹੀ ਅਪਲਾਈ ਕਰ ਸਕਦੇ ਹੋ। ਸੇਮ ਡੇ ਇਕੱਠਿਆਂ ਦੀ ਤੁਹਾਡੀ ਜਿਹੜੀ ਫਲਾਈਟ ਹੋਊਗੀ ਐਂਡ ਸਪਾਊਸ ਨੂੰ ਜਿਹੜਾ ਫੁੱਲ ਵਰਕ ਪਰਮਿਟ ਇੱਥੇ ਹੀ ਮਿਲਦਾ, ਫੁੱਲ ਟਾਈਮ ਵਰਕ। ਉਹਨਾਂ ਨੂੰ ਇੰਤਜ਼ਾਰ ਨਹੀਂ ਕਰਨਾ ਪਊਗਾ, ਐਕਸਪੋਰਟ ਹੋ ਜਾਂਦੀ ਹੈ, ਇਕੱਠੇ ਬਾਹਰ ਚਲੇ ਜਾਣਗੇ ਤੇ ਕੋਈ ਦਿੱਕਤ ਨਹੀਂ ਆਊਗੀ। ਬਾਅਦ ਵਿੱਚ ਇੰਤਜ਼ਾਰ ਕਰਨਾ ਪਊਗਾ ਜਾਂ ਦੁਬਾਰਾ ਅਪਲਾਈ ਕਰਨਾ ਪਊਗਾ ਤਾਂ ਉਹ ਦਿੱਕਤ ਨਹੀਂ ਆਵੇਗੀ ਇੱਧਰ। 100% ਜੀ। ਅਗਰ ਕਿਸੇ ਬੱਚੇ ਨੇ ਗ੍ਰੈਜੂਏਸ਼ਨ ਕੀਤੀ ਆ ਐਂਡ ਉਹਦੀ ਮੈਰਿਜ ਹੋਈ ਆ, ਇਵਨ ਉਹਨਾਂ ਕੋਲ ਇੱਕ ਬੇਬੀ ਵੀ ਆ, ਤਾਂ ਤਿੰਨੋਂ ਵੀ ਉਹ ਇਕੱਠੇ ਆਸਟ੍ਰੇਲੀਆ ਜਾ ਸਕਦੇ ਨੇ। ਜਿਹੜਾ ਆਉਣ ਵਾਲਾ ਟਾਈਮ ਆ ਆਸਟ੍ਰੇਲੀਆ ਦਾ ਜੀ 100% ਜਿਹੜੇ ਵੀਜ਼ੇ ਆ ਜਨਵਰੀ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਆਉਣੇ ਆ। ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ 'ਚ 2022 ਤੇ 2023 ਵਿੱਚ ਪਿਛਲੇ ਸਾਰੇ ਰਿਕਾਰਡ ਆ ਜਿਹੜੇ ਟੁੱਟਣਗੇ ਆਸਟ੍ਰੇਲੀਆ ਵੀਜ਼ਾ ਦੇ। ਰਣਜੀਤ ਜੀ, ਇੱਕ ਬੜੀ ਅਹਿਮ ਚੀਜ਼ ਰਹੀ ਹੈ ਕਿ ਪੰਜਾਬੀਆਂ ਦਾ ਆਇਲਸ ਨਾਲ ਕੋਈ ਜ਼ਿਆਦਾ ਪਿਆਰ ਨਹੀਂ ਹੈਗਾ, ਤਾਂ ਦਿੱਕਤ ਬਹੁਤ ਆਉਂਦੀ ਕਿ ਵੇਲੇ ਆਇਲਸ ਦਾ ਜਿਹੜਾ ਕੋਰਸ ਹੁੰਦਾ ਉਹਦੇ ਵਿੱਚ ਜਿਹੜੇ ਟਾਰਗੇਟ ਅਚੀਵ ਕਰਨੇ ਹੁੰਦੇ, ਤਾਂ 5.5 ਬੈਂਡ ਜਿਨ੍ਹਾਂ ਦੇ ਆ ਜਾਂਦੇ ਆ ਉਹਨਾਂ ਦੇ ਲਈ ਆਸਟ੍ਰੇਲੀਆ ਦੇ ਰਾਹ ਕੀ ਸੌਖੇ ਨੇ ਤੁਹਾਡੇ ਹਿਸਾਬ ਦੇ ਨਾਲ? ਹਾਂਜੀ, ਐਕਚੁਅਲੀ ਇਸ ਤੋਂ ਪਹਿਲਾਂ ਜਿੱਦਾਂ ਜੇ ਆਪਾਂ ਗੱਲ ਕਰੀਏ 2020 ਜਾਂ 2019 ਦੇ, ਉਸ ਤੋਂ ਪਹਿਲਾਂ 5.5 ਦੇ ਵੀਜ਼ਾ ਬਹੁਤ ਜ਼ਿਆਦਾ ਰੇਅਰ ਸੀ। ਪਰ ਜਿਹੜਾ ਇਹਨਾਂ ਨੇ ਹੁਣ ਕੁਝ ਚੇਂਜਿਸ ਕੀਤੀ ਆਸਟ੍ਰੇਲੀਆ ਗੌਰਮੈਂਟ ਨੇ, ਜਿੱਦਾਂ ਡਿਪਲੋਮੇ ਦੇ ਵਿੱਚ ਵੀ, ਜਿਹੜਾ ਵੋਕੇਸ਼ਨਲ ਐਜੂਕੇਸ਼ਨ ਸੈਕਟਰ ਦੇ ਵਿੱਚ ਵੀ ਜੋ ਵਰਕ ਪਰਮਿਟ ਆ, ਹੁਣ ਉਹਨਾਂ ਨੇ 2 ਸਾਲ ਦਾ ਜਿਹੜਾ ਕਰ ਦਿੱਤਾ, 2 ਇਅਰਸ ਦਾ ਹੁਣ ਓਪਨ ਵਰਕ ਪਰਮਿਟ ਉਹਨਾਂ ਨੂੰ ਮਿਲੂਗਾ ਡਿਪਲੋਮਾ ਕਰਨ ਤੋਂ ਬਾਅਦ। ਤਾਂ ਇੱਥੋਂ ਇੱਕ ਚੰਗਾ ਸੰਕੇਤ ਮਿਲ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਡਿਪਲੋਮੇ ਦੇ ਵਿੱਚ ਵੀ ਵੀਜ਼ੇ ਆਉਣਗੇ। ਅਗਰ ਤੁਹਾਡੇ 5.5 ਬੈਂਡ ਹੈਗੇ ਆ ਸੀ ਓਵਰਆਲ, 5.5 ਬੈਂਡ ਆ 5 ਵਿੱਚ ਆ ਤੁਹਾਡੇ, ਤਾਂ ਤੁਸੀਂ ਡਿਪਲੋਮਾ ਕੈਟਾਗਰੀ ਆਸਟ੍ਰੇਲੀਆ ਵੋਕੇਸ਼ਨਲ ਐਜੂਕੇਸ਼ਨ ਸੈਕਟਰ ਲਈ ਅਪਲਾਈ ਕਰ ਸਕਦੇ ਹੋ। ਅਗਰ ਪੈਰਾਗੌਨ ਦੀ ਗੱਲ ਕਰੀਏ ਤਾਂ 5.5 ਤੇ ਅਸੀਂ ਤੁਹਾਡਾ ਵੀਜ਼ਾ ਅਪਲਾਈ ਕਰਾਂਗੇ। ਤੁਹਾਡੀ +3 2020 ਜਾਂ 2021 ਦੇ ਵਿੱਚ ਕੀਤੀ ਹੋਣੀ ਚਾਹੀਦੀ ਆ, ਤਾਂ ਕਿਸੇ ਤਰ੍ਹਾਂ ਦਾ ਤੁਸੀਂ ਕੋਈ ਐਡਵਾਂਸ ਨਹੀਂ ਦੇਣਾ। ਬਈ ਇੱਕ ਬੜੀ ਅਹਿਮ ਚੀਜ਼ ਹੈ ਕਿ ਜਿਸ ਤਰੀਕੇ ਨਾਲ ਹੁਣ ਹਾਲਾਤ ਨੇ, ਲੋਕਾਂ ਦੇ ਵਿੱਚ ਡਰ ਦਾ ਮਾਹੌਲ ਵੀ ਹੈਗਾ ਤੇ ਬਹੁਤ ਸਾਰੇ ਬੱਚੇ ਕਈ ਵੇਲੇ ਫਾਈਲ ਅਪਲਾਈ ਕਰਨ ਵੇਲੇ ਗਲਤੀਆਂ ਵੀ ਕਰ ਜਾਂਦੇ ਆ। ਆਸਟ੍ਰੇਲੀਆ ਨੂੰ ਖਾਸ ਕਰਕੇ, ਕਿਉਂਕਿ ਆਸਟ੍ਰੇਲੀਆ ਦੇ ਜਿਹੜੇ ਰੂਲ ਐਂਡ ਰੈਗੂਲੇਸ਼ਨਸ ਹੈਗੇ ਉਹ ਕੈਨੇਡਾ ਨਾਲੋਂ ਵੱਖਰੇ ਹੈਗੇ, ਅਮਰੀਕਾ ਨਾਲੋਂ ਵੱਖਰੇ ਹੈਗੇ ਆ। ਕਿਹੜੀਆਂ ਗਲਤੀਆਂ ਨੇ ਜਿਹੜੀਆਂ ਆਮ ਤੌਰ ਤੇ ਵਿਦਿਆਰਥੀ ਕਰ ਦਿੰਦੇ ਨੇ ਜਦੋਂ ਉਹਨਾਂ ਨੇ ਫਾਈਲ ਅਪਲਾਈ ਕਰਨੀ ਹੁੰਦੀ ਜਾਂ ਕਰਵਾਉਣੀ ਹੁੰਦੀ ਹੈ, ਕਿ ਵੇਲੇ ਗਲਤ ਹੱਥਾਂ ਦੇ ਵਿੱਚ ਚੜ੍ਹ ਜਾਂਦੇ ਨੇ? ਤਾਂ ਤੁਹਾਨੂੰ ਕੀ ਲੱਗਦਾ ਕਿਹੜੀਆਂ ਗਲਤੀਆਂ ਤੁਸੀਂ, ਕਿਉਂਕਿ ਲਗਾਤਾਰ ਦੱਸ ਰਹੇ ਹੋ ਕਿ ਆਸਟ੍ਰੇਲੀਆ ਦੇ ਹੀ ਸਪੈਸ਼ਲਾਈਜੇਸ਼ਨ ਹੈ ਤੁਹਾਡੀ, ਤੁਸੀਂ ਮਹਾਰਤ ਜਿਹੜੀ ਹੈ ਤੁਹਾਡੀ ਆਸਟ੍ਰੇਲੀਆ ਵੀਜ਼ਾ ਲਵਾਉਣ ਤੇ ਹੈਗੀ, ਤਾਂ ਕਿਹੜੀਆਂ ਅਹਿਮ ਗਲਤੀਆਂ ਜਿਹੜੀਆਂ ਤੁਸੀਂ ਨੋਟਿਸ ਕੀਤੀਆਂ ਹੋਣੀਆਂ ਪਿਛਲੇ ਸਮੇਂ ਦੇ ਵਿੱਚ ਹੁੰਦੀਆਂ ਰਹੀਆਂ ਨੇ ਤਾਂ ਨਾ ਕਰਨ ਵਿਦਿਆਰਥੀ? ਇਹਦੇ ਵਿੱਚ ਸਭ ਤੋਂ ਜਿਹੜੀ ਵੱਡੀ ਗਲਤੀ ਕਰਦੇ ਆ ਕਿ ਆਸਟ੍ਰੇਲੀਆ ਜਿਹੜਾ ਹੈਗਾ ਜੀ ਕੈਨੇਡਾ ਤੋਂ ਬਿਲਕੁਲ ਹੀ ਡਿਫਰੈਂਟ ਆ। ਇਹਦੇ ਬਿਲਕੁਲ ਅਲੱਗ ਰੂਲ, ਜਿੱਦਾਂ ਉਧਰ GST ਭਰਦਾ ਬੱਚਾ, ਕੋਈ ਉਹਨੂੰ ਫੰਡ ਨਹੀਂ ਚਾਹੀਦਾ। ਆਸਟ੍ਰੇਲੀਆ ਦੇ ਵਿੱਚ ਤੁਹਾਨੂੰ 3 ਮਹੀਨੇ ਪੁਰਾਣੇ ਵਿੱਚ ਫੰਡ ਚਾਹੀਦੇ ਨੇ ਜੀ। ਸਭ ਤੋਂ ਵੱਡੀ ਗੱਲ ਕਿ ਆਸਟ੍ਰੇਲੀਆ ਹਮੇਸ਼ਾ ਹੀ ਬਹੁਤ ਜ਼ਿਆਦਾ ਟੈਕਨੀਕਲ ਆ। ਜਿੱਦਾਂ ਮੇਰੇ ਕੋਲ ਇੱਕ ਬੱਚਾ ਆਇਆ ਜੀ, ਉਹਦੀ +2 ਜਿਹੜੀ ਇੱਕ ਮੈਡੀਕਲ ਨਾਲ ਕੀਤੀ ਸੀ, ਉਸ ਤੋਂ ਬਾਅਦ ਔਰ ਫਿਜ਼ੀਕਲ ਲੈ ਕੇ ਆ ਰਿਹਾ ਕੁੱਕਰੀ ਦੇ ਕੋਰਸ ਦੇ ਵਿੱਚ। ਤਾਂ ਬੱਚੇ ਇੱਥੇ ਗਲਤੀ ਕਰਦੇ ਆ। ਅਗਰ ਤੁਸੀਂ ਮੈਡੀਕਲ ਕੀਤਾ ਤਾਂ ਤੁਸੀਂ ਮੈਡੀਕਲ ਦੇ ਕੋਰਸ ਕਰ ਜਾਓ, ਜੇ ਤੁਸੀਂ ਨੋਨ ਮੈਡੀਕਲ ਕੀਤੀ ਤੁਸੀਂ IT ਕਰ ਸਕਦੇ ਹੋ, ਇੰਜੀਨੀਅਰਿੰਗ ਕਰ ਸਕਦੇ ਹੋ। ਤਾਂ ਜਦੋਂ ਆਪਾਂ ਇਰਰੈਲੇਵੈਂਟ ਕੋਰਸ ਦੇ ਵਿੱਚ ਬੱਚਾ ਪੜ੍ਹਨ ਜਾਊਗਾ ਤਾਂ ਆਸਟ੍ਰੇਲੀਆ 'ਚ ਉਹਨੂੰ 100% ਜਿਹੜਾ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਊਗਾ ਜੀ। ਕੋਰਸ ਦੀ ਗਲਤ ਸਿਲੈਕਸ਼ਨ ਕਰੂਗਾ ਤਾਂ ਉਹਨੂੰ ਭੁਗਤਣਾ ਪਊਗਾ, 100% ਭੁਗਤਣਾ ਪਊਗਾ ਜੀ, ਕਿਉਂਕਿ ਆਸਟ੍ਰੇਲੀਆ 'ਚ ਇਹ UK ਵਾਲਾ ਜਾਂ ਕੈਨੇਡਾ ਵਾਲਾ ਕੰਮ ਨਹੀਂ ਹੈਗਾ। ਕਿਉਂਕਿ ਕੈਨੇਡਾ 'ਚ ਆਪਾਂ ਬਹੁਤ ਬੱਚੇ ਦੇਖਿਆ ਕਿ 2 ਵਾਰ 3 ਵਾਰ 4 ਵਾਰ ਰਿਫਿਊਜ਼ਲ ਹੋਣ ਤੋਂ ਬਾਅਦ ਵੀ ਉਹਨੂੰ ਵੀਜ਼ਾ ਜਿਹੜਾ ਮਿਲ ਜਾਂਦਾ। ਫਸਟ ਆਸਟ੍ਰੇਲੀਆ ਦੇ ਵਿੱਚ ਤੁਹਾਡਾ ਜੇ ਇੱਕ ਵਾਰ ਹੀ ਵੀਜ਼ਾ ਰਿਫਿਊਜ਼ ਹੋ ਗਿਆ ਤਾਂ ਤੁਹਾਨੂੰ ਛੇਤੀ ਕੋਈ ਯੂਨੀਵਰਸਿਟੀ ਦੁਬਾਰਾ CU ਇਸ਼ੂ ਨਹੀਂ ਕਰਦੀ। ਤਾਂ ਆਸਟ੍ਰੇਲੀਆ ਦੇ ਵਿੱਚ ਦੁਬਾਰਾ ਵੀਜ਼ਾ ਲੈਣਾ ਬਹੁਤ ਹੀ ਜ਼ਿਆਦਾ ਔਖਾ। ਤਾਂ ਪਹਿਲੀ ਵਾਰ ਹੀ ਆਪਣਾ ਸਹੀ ਕੋਰਸ, ਸਹੀ ਕਾਲਜ ਦੀ ਚੁਆਇਸ ਕਰੋ, ਉਸ ਤੋਂ ਬਾਅਦ ਹੀ ਤੁਸੀਂ ਆਪਣਾ ਵੀਜ਼ਾ ਜਿਹੜਾ ਅਪਲਾਈ ਕਰੋ। ਤੁਸੀਂ ਕਾਲਜ ਦਾ ਜ਼ਿਕਰ ਕੀਤਾ, ਵਿਦਿਆਰਥੀਆਂ ਦੇ ਜ਼ਿਹਨ ਦੇ ਵਿੱਚ ਇਹਨੂੰ ਲੈ ਕੇ ਵੀ ਬਹੁਤ ਸਵਾਲ ਹੁੰਦੇ ਨੇ ਕਿ ਕਾਲਜ ਅਪਲਾਈ ਕਰਨ, ਕੋਰਸ ਕਿਹੜਾ ਚੁਣਨ, ਜਾਂ ਫਿਰ ਕਾਲਜ ਕਿਹੜਾ ਹੋਵੇ, ਸਰਕਾਰੀ ਹੋਵੇ, ਪ੍ਰਾਈਵੇਟ ਹੋਵੇ, ਜਿਹੜੇ ਕੋਰਸ ਹੋਣ ਉਹ ਯੂਨੀਵਰਸਿਟੀ ਤੋਂ ਲਏ ਜਾਣ ਜਾਂ ਫਿਰ ਕਾਲਜ ਤੋਂ ਲਏ ਜਾਣ। ਤਾਂ ਇਹ ਵੀ ਬੜੇ ਵੱਡੇ ਦਵੰਧ ਨੇ, ਬਹੁਤ ਵੱਡੇ ਸਵਾਲ ਨੇ ਇਹਨਾਂ ਦੇ ਵਿੱਚ ਵੀ। ਤੁਹਾਡੇ ਹਿਸਾਬ ਨਾਲ ਤੁਸੀਂ ਹੁਣ ਤੱਕ ਜਿੰਨੇ ਵੀ ਸਕਸੈਸ ਵੀਜ਼ੇ ਲਵਾਏ ਨੇ, ਤਾਂ ਕਿੱਧਰ ਨੂੰ ਜ਼ਿਆਦਾ ਸਕਸੈਸ ਰੇਟ ਰਿਹਾ ਹੈਗਾ? ਕਾਲਜ ਦਾ ਰਿਹਾ, ਯੂਨੀਵਰਸਿਟੀ ਦਾ ਰਿਹਾ, ਸਰਕਾਰੀ ਕਾਲਜ ਦਾ ਰਿਹਾ ਜਾਂ ਪ੍ਰਾਈਵੇਟ ਦਾ ਰਿਹਾ? ਕਿਸ ਹਿਸਾਬ ਦੇ ਨਾਲ ਰਿਹਾ ਹੈਗਾ ਪੂਰਾ? ਅੱਛਾ, ਇਹ ਸਭ ਤੋਂ ਪਹਿਲਾਂ ਤਾਂ ਜੀ ਜਿਹੜੇ ਆਸਟ੍ਰੇਲੀਆ, ਜਿੱਦਾਂ ਕੈਨੇਡਾ ਦੇ ਵਿੱਚ SDS ਕੈਟਾਗਰੀਆਂ ਜਾਂ ਨੋਨ STS ਆ, ਇੱਧਰ ਆਸਟ੍ਰੇਲੀਆ ਜਿਹੜਾ ਅਲੱਗ-ਅਲੱਗ ਗਵਰਨਮੈਂਟ ਨੇ ਉੱਥੇ ਲੈਵਲ ਬਣਾਏ ਹੋਏ ਨੇ। ਜਿੱਦਾਂ ਕਾਲਜ ਦੀ ਤੇ ਯੂਨੀਵਰਸਿਟੀ ਦੀ ਰੈਪੂਟੇਸ਼ਨ ਦੇ ਹਿਸਾਬ ਨਾਲ ਜਿਹੜੇ ਚੰਗੇ ਯੂਨੀਵਰਸਿਟੀਆਂ, ਚੰਗੇ ਕਾਲਜ ਨੇ ਜਿਨ੍ਹਾਂ ਦੀ ਵੀਜ਼ਾ ਸਕਸੈਸ ਰੇਟ ਬਹੁਤ ਵਧੀਆ, ਉਹਨਾਂ ਦੇ ਕਲਾਸਰੂਮ ਬਹੁਤ ਵਧੀਆ ਨੇ, ਤਾਂ ਉਹਨਾਂ ਨੂੰ ਲੈਵਲ 1 ਦੇ ਵਿੱਚ ਰੱਖਿਆ ਗਿਆ। ਜਿਨ੍ਹਾਂ ਦੀਆਂ ਰਿਫਿਊਜ਼ਲਾਂ ਜ਼ਿਆਦਾ ਆਉਂਦੀਆਂ ਜਾਂ ਉਹਨਾਂ ਦੀ ਰੈਂਕਿੰਗ ਜ਼ਿਆਦਾ ਵਧੀਆ ਨਹੀਂ, ਉਹ ਲੈਵਲ 2 ਜਾਂ ਉਸ ਤੋਂ ਬਾਅਦ ਲੈਵਲ 3 ਆ। ਤਾਂ ਇਹ ਲੈਵਲਾਂ ਦੇ ਵਿੱਚ ਉੱਥੇ ਜਿਹੜਾ ਅਪਲਾਈ ਕੀਤਾ ਜਾਂਦਾ ਵੀਜ਼ਾ, ਤਾਂ ਅਸੀਂ ਹਮੇਸ਼ਾ ਹੀ ਲੈਵਲ 1 ਦੀ ਯੂਨੀਵਰਸਿਟੀ ਨੂੰ ਪ੍ਰਮੋਟ ਕੀਤਾ। ਪੈਰਾਗੌਨ ਦੀ ਗੱਲ ਕਰੀਏ ਤਾਂ ਸਿਰਫ ਅਸੀਂ ਲੈਵਲ 1 ਦੇ ਵਿੱਚ ਹੀ ਅਪਲਾਈ ਕਰਦੇ ਹਾਂ। ਤਾਂ ਮੈਂ ਬੱਚਿਆਂ ਨੂੰ ਵੀ ਇਹ ਕਹੂੰਗਾ ਕਿ ਅਗਰ ਤੁਸੀਂ ਆਪਣੀ ਫਾਈਲ ਅਪਲਾਈ ਕਰ ਰਹੇ ਹੋ ਕਿਸੇ ਵੀ ਏਜੰਟ ਤੋਂ, ਤਾਂ ਉਹਨਾਂ ਨੂੰ ਕਹੋ ਜੀ ਕਿ ਸਾਨੂੰ ਲੈਵਲ 1 ਦਾ ਹੀ ਕਾਲਜ ਜਾਂ ਯੂਨੀਵਰਸਿਟੀ ਚਾਹੀਦਾ, ਕਿ ਅਸੀਂ ਲੈਵਲ 1 ਦੇ ਵਿੱਚ ਹੀ ਅਪਲਾਈ ਕਰਨਾ, ਤਾਂ ਕਿ ਤੁਹਾਡਾ ਜਿਹੜਾ ਵੀਜ਼ਾ ਸਕਸੈਸ ਰੇਟ ਉਹ 100% ਰਹੇ। ਜਾਣੀ ਕਿ ਸਭ ਤੋਂ ਵੱਡੀ ਚੀਜ਼ ਇਹੀ ਹੈ ਕਿ ਜੇ ਕੋਈ ਵੀ ਅਪਲਾਈ ਕਰਾਉਂਦਾ ਤਾਂ ਤੁਹਾਨੂੰ ਇਹ ਜ਼ਰੂਰ ਜਾਂਚ ਲੈਣਾ ਚਾਹੀਦਾ ਕਿ ਵੀਜ਼ਾ ਜਿਹੜਾ ਅਪਲਾਈ ਕੀਤਾ ਜਾ ਰਿਹਾ ਉਹ ਕਿਹੜੇ ਲੈਵਲ ਦੇ ਕੋਰਸ ਦੇ ਵਿੱਚ ਕੀਤਾ ਜਾ ਰਿਹਾ ਜਾਂ ਕਿਹੜੀ ਯੂਨੀਵਰਸਿਟੀ ਦੇ ਵਿੱਚ ਕੀਤਾ ਜਾ ਰਿਹਾ। ਸਭ ਤੋਂ ਅਹਿਮ ਚੀਜ਼ ਇਹ ਰਹਿਣ ਵਾਲੀ ਹੈ।
ਹਾਂਜੀ, ਆਸਟ੍ਰੇਲੀਆ ਦੇ ਵਿੱਚ ਇਹ ਬਹੁਤ ਜ਼ਿਆਦਾ ਮੈਟਰ ਕਰਦਾ ਕਿ ਤੁਹਾਡਾ ਕੋਰ ਜਿਹੜਾ ਕਾਲਜ ਆ ਜਾਂ ਯੂਨੀਵਰਸਿਟੀ ਆ ਉਹ ਕਿਸ ਲੈਵਲ ਦੇ ਵਿੱਚ ਆ। ਅਗਰ ਤੁਹਾਡਾ ਜਿਹੜਾ ਯੂਨੀਵਰਸਿਟੀ ਜਾਂ ਲੈਵਲ 1 ਦੇ ਵਿੱਚ ਡੈਫੀਨਿਟਲੀ ਜਿਹੜੀ ਵੀਜ਼ਾ ਸਕਸੈਸ ਰੇਟ ਆ ਉਹ 100% ਲੈਵਲ 2 ਨਾਲੋਂ ਵੱਧ ਰਹੂਗੀ। ਰਣਜੀਤ ਜੀ, ਅਖੀਰ ਤੇ ਕਿਉਂਕਿ ਬੜੀਆਂ ਚੀਜ਼ਾਂ ਇਹ ਵੀ ਹੁੰਦੀਆਂ ਕਿ ਪੜ੍ਹਾਈ ਕਰ ਲਈ ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈਗਾ, ਤਾਂ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਉੱਥੇ ਲੋਕਾਂ ਦੇ ਲਈ ਇਸ ਵੇਲੇ ਮੌਕੇ ਹੈਗੇ ਜਾਂ ਮੌਕੇ ਹੈਗੇ ਆ ਕਿ ਉਹਨਾਂ ਨੂੰ ਕੰਮ ਦੀ ਕੋਈ ਕਮੀ ਨਹੀਂ ਆਊਗੀ? ਕਿਉਂਕਿ ਅਕਸਰ ਅਸੀਂ ਇਹ ਜਿਹੜੀ ਸਾਡੀ ਧਾਰਨਾ ਹੈਗੀ ਤੇ ਪੜ੍ਹਾਈ ਇੱਕ ਜ਼ਰੀਆ ਹੁੰਦਾ, ਉਸ ਤੋਂ ਬਾਅਦ ਆਪਣੀ ਜ਼ਿੰਦਗੀ ਜਿਹੜੀ ਉੱਥੇ ਵਧੀਆ ਤਰੀਕੇ ਨਾਲ ਜਿਉਣੀ ਹੁੰਦੀ ਹੈ। ਇਹੀ ਮਕਸਦ ਨਾਲ ਇੱਥੋਂ ਲੋਕ ਬਾਹਰ ਦਾ ਰੁਖ ਕਰ ਰਹੇ ਨੇ ਤੁਹਾਡੇ ਹਿਸਾਬ ਨਾਲ। ਤਾਂ ਕਿਹੜੇ ਮੌਕੇ ਉੱਥੇ ਹੈਗੇ ਨੇ ਜਿਹੜੇ ਕੰਮ ਦੇ ਲਈ ਉਹਨਾਂ ਨੂੰ ਬਾਅਦ ਵਿੱਚ ਕੋਈ ਦਿੱਕਤ ਨਾ ਆਵੇ? ਤਾਂ ਆਸਟ੍ਰੇਲੀਆ ਦੇ ਵਿੱਚ ਇਹ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਜੀ। ਆਸਟ੍ਰੇਲੀਆ ਦੇ ਵਿੱਚ ਲੇਟੈਸਟ ਹੁਣ ਕੁਝ ਚੇਂਜਸ ਉਹਨਾਂ ਨੇ ਕੀਤੀਆਂ ਨੇ ਆਪਣੇ ਜਿਹੜੇ ਓਪਨ ਵਰਕ ਪਰਮਿਟ ਆ 485 ਵੀਜ਼ਾ। ਜਿੱਦਾਂ ਕੋਈ ਬੱਚਾ ਇੱਥੋਂ ਜਾਂਦਾ, ਚਾਹੇ ਉਹ ਡਿਪਲੋਮਾ ਲਈ ਜਾਂਦਾ ਜਾਂ ਡਿਗਰੀ ਲਈ ਜਾਂਦਾ, ਜਦੋਂ ਉਹਦਾ ਕੋਰਸ ਕੰਪਲੀਟ ਹੋ ਜਾਂਦਾ, ਅਗਰ ਉਹ ਡਿਪਲੋਮਾ ਕਰ ਰਿਹਾ ਤਾਂ ਲੇਟੈਸਟ ਉਹਨਾਂ ਨੇ ਜਿਹੜਾ ਕਿਸੇ ਵੀ ਸ਼ਹਿਰ ਦੇ ਵਿੱਚ ਕਰ ਰਿਹਾ, ਮੈਲਬੌਰਨ ਕਰ ਰਿਹਾ, ਸਿਡਨੀ ਕਰ ਰਿਹਾ, ਬ੍ਰਿਸਬੇਨ ਕਰ ਰਿਹਾ, ਤਾਂ ਉਹਨੂੰ ਜਿਹੜਾ ਵਰਕ ਪਰਮਿਟ 100% ਉਹਨੂੰ ਮਿਲੂਗਾ। ਜਿੱਦਾਂ 2 ਸਾਲ ਦਾ ਉਹਨੂੰ ਮਿਲੂਗਾ। ਅਗਰ ਬੱਚਾ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਕਰ ਰਿਹਾ ਤਾਂ ਜਿਹੜਾ ਹੁਣ ਓਪਨ ਵਰਕ ਪਰਮਿਟ ਆ ਜੀ ਉਹਨਾਂ ਨੇ ਵਧਾ ਕੇ ਲੇਟੈਸਟ 10 ਦਿਨ ਪਹਿਲਾਂ ਜਿਹੜਾ ਹੈਗਾ 3 ਸਾਲ ਦਾ ਕਰਤਾ। ਇੱਕ ਬਹੁਤ ਵਧੀਆ ਸੰਕੇਤ ਆ ਜੀ। ਅਗਰ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਆਪਣੀ ਮਾਸਟਰ ਡਿਗਰੀ ਕੰਪਲੀਟ ਕਰਦੇ ਹੋ ਤਾਂ ਤੁਹਾਨੂੰ 3 ਸਾਲ ਦਾ ਉੱਥੇ ਓਪਨ ਵਰਕ ਪਰਮਿਟ ਮਿਲੂਗਾ। ਐਂਡ ਜੇ ਤੁਸੀਂ ਪੜ੍ਹਨ ਜਾਂਦੇ ਹੋ ਐਡੀਲੇਡ ਤਾਂ ਉੱਥੇ 4 ਸਾਲ ਦਾ ਹੋ ਗਿਆ ਜੀ। ਜਿੱਦਾਂ ਤਸਮਾਨੀਆ ਜਾਂਦੇ ਹੋ, ਰੀਜਨਲ ਗੋਲਡ ਕੋਸਟ ਜਾਂਦੇ ਹੋ, ਡਾਰਵਿਨ ਜਾਂਦੇ ਹੋ ਤਾਂ ਜਿਹੜਾ ਓਪਨ ਵਰਕ ਪਰਮਿਟ ਆ 1 ਸਾਲ ਦਾ ਉੱਥੇ ਐਕਸਟਰਾ ਮਿਲਦਾ ਅਗਰ ਆਪਾਂ ਰੀਜਨਲ ਏਰੀਆ ਦੇ ਵਿੱਚ ਪੜ੍ਹਨ ਜਾਂਦੇ ਹਾਂ। ਇਹ ਤੁਸੀਂ ਰਣਜੀਤ ਜੀ ਮੈਨੂੰ ਇੱਕ ਗੱਲ ਜਾਂਦੇ ਜ਼ਰੂਰ ਦੱਸ ਦਿਓ ਕਿ ਕਈ ਵੇਲੇ ਵਿਦਿਆਰਥੀਆਂ ਨੂੰ ਇਹ ਹੁੰਦਾ ਵੀ ਅਸੀਂ ਸ਼ਹਿਰ ਦੇ ਵਿੱਚ ਅਪਲਾਈ ਕਰਨਾ, ਵੀ ਵਧੀਆ ਸਿਟੀ ਦੇ ਵਿੱਚ ਅਪਲਾਈ ਕਰਨਾ ਜਾਂ ਵਧੀਆ ਸਿਟੀ ਦੇ ਵਿੱਚ ਜਾਣਾ, ਤਾਂ ਆਸਟ੍ਰੇਲੀਆ ਦੇ ਵਿੱਚ ਇਹਦੇ ਬਾਬਤ ਜਦੋਂ ਕੋਈ ਵਿਦਿਆਰਥੀ ਸੋਚਦਾ ਹੈਗਾ ਤੁਹਾਡੇ ਹਿਸਾਬ ਨਾਲ ਕਿੱਧਰ ਜਾਣਾ ਬਿਹਤਰ ਹੈਗਾ? ਕਿ ਇਹੀ ਦੇਖਣਾ ਚਾਹੀਦਾ ਕਿ ਸਿਟੀ ਦੇ ਵਿੱਚ ਜਾਣਾ ਜਾਂ ਹੋਰ ਵੀ ਥਾਵਾਂ ਤੇ ਅਪਲਾਈ ਕਰਕੇ ਆਸਾਨੀ ਨਾਲ ਵੀਜ਼ਾ ਲਿਆ ਜਾ ਸਕਦਾ ਹੈ? ਜਿੱਦਾਂ ਮੈਂ ਕਹੂੰਗਾ ਜੀ ਸਭ ਤੋਂ ਜ਼ਿਆਦਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਮੈਟਰ ਕਰਦਾ ਉਹ ਤੁਹਾਡਾ ਕੋਰਸ ਰੈਲੀਵੈਂਸੀ। ਇਹ ਸਭ ਤੋਂ ਜ਼ਿਆਦਾ ਇੰਨਾ ਉੱਥੇ ਸਿਟੀ ਮੈਟਰ ਨਹੀਂ ਕਰਦੀ ਕਿ ਜਿੰਨਾ ਕੋਰਸ ਰੈਲੀਵੈਂਸੀ ਤੁਹਾਡੀ ਮੈਟਰ ਕਰਦੀ ਆ। ਜਿੱਥੇ ਤੁਹਾਨੂੰ ਤੁਹਾਡੀ ਚੋਇਸ ਦਾ ਕਾਲਜ ਮਿਲਦਾ, ਤੁਹਾਡੀ ਸਟੱਡੀ ਨਾਲ ਰਿਲੇਟਡ ਕੋਰਸ ਮਿਲਦਾ, ਤੁਸੀਂ ਉੱਥੇ ਹੀ ਅਪਲਾਈ ਕਰੋ। ਅਗਰ ਆਪਾਂ ਉੱਦਾਂ ਚੋਇਸ ਦੀ ਗੱਲ ਕਰੀਏ ਜਿੱਦਾਂ ਤੁਸੀਂ ਕੀਤਾ, ਜਿੱਦਾਂ ਆਪਣੇ ਮੋਸਟਲੀ ਬੱਚੇ ਜਿਹੜੇ ਕੈਨੇਡਾ ਦੇ ਵਿੱਚ ਆ ਉਹ ਜ਼ਿਆਦਾ ਜਿਹੜੇ ਹੈਗੇ ਜੀ ਟੋਰਾਂਟੋ ਤੇ ਵੈਨਕੂਵਰ ਹੀ ਮੰਗਦੇ ਹੈਗੇ ਆ, ਕਿਸੇ ਟੋਰਾਂਟੋ ਤੇ ਵੈਨਕੂਵਰ। ਜੇ ਆਪਾਂ ਮੈਲਬੌਰਨ ਦੀ ਗੱਲ ਚੱਲੀਏ ਤਾਂ ਇੱਕ ਤਰ੍ਹਾਂ ਦਾ ਮੰਨ ਕੇ ਚੱਲੋ ਜਿੱਦਾਂ ਮੈਲਬੌਰਨ ਜਿਹੜਾ ਹੈਗਾ ਸੀ ਆਸਟ੍ਰੇਲੀਆ ਦਾ ਟੋਰਾਂਟੋ ਮੰਨ ਕੇ ਚੱਲੋ ਕਿ ਮੋਸਟਲੀ ਬੱਚੇ ਜਿਹੜੇ 70% ਉਹ ਕਹਿੰਦੇ ਜੀ ਅਸੀਂ ਮੈਲਬੌਰਨ ਹੀ ਜਾਣਾ। ਤਾਂ ਇਸ ਤੋਂ ਬਾਅਦ ਸਿਡਨੀ ਆ ਜਾਂਦਾ ਜੀ, ਬ੍ਰਿਸਬੇਨ ਆ ਜਾਂਦਾ। ਤਾਂ ਮੋਸਟਲੀ ਜ਼ਿਆਦਾ ਬੱਚੇ ਜਿਹੜੇ ਪ੍ਰੈਫਰ ਮੈਲਬੌਰਨ ਕਰਦੇ ਆ। ਵੈਦਰ ਬਹੁਤ ਵਧੀਆ ਜੀ, ਕੰਮ ਜਿਹੜਾ ਬਹੁਤ ਆਸਾਨੀ ਨਾਲ ਮਿਲਦਾ ਜੀ, ਬਹੁਤ ਵਧੀਆ ਜਿਹੜਾ ਰਹਿਣ ਲਈ ਉੱਥੇ ਹੈਗਾ। ਆਸਟ੍ਰੇਲੀਆ ਵੀ ਸਭ ਤੋਂ ਵੱਡੀ ਗੱਲ ਹੈ ਕਿ ਵੈਦਰ ਸਾਰਾ ਸਾਲ ਵਧੀਆ ਰਹਿੰਦਾ। ਆਉਣ ਵਾਲੇ ਟਾਈਮ ਦੇ ਵਿੱਚ ਆਸਟ੍ਰੇਲੀਆ ਜਿਹੜਾ ਜੁਲਾਈ 2022 ਤੋਂ ਬਾਅਦ ਆਪਣੇ PR ਲਈ ਵੀ ਰੂਲ ਥੋੜ੍ਹੇ ਸੌਖੇ ਕਰੂਗਾ। ਤਾਂ ਬਹੁਤ ਵਧੀਆ ਜਿਹੜੀਆਂ ਖਬਰਾਂ ਆਸਟ੍ਰੇਲੀਆ ਤੋਂ ਆ ਰਹੀਆਂ ਨੇ। ਬਹੁਤ ਸ਼ੁਕਰੀਆ ਰਣਜੀਤ ਜੀ, ਤੁਸੀਂ ਤਮਾਮ ਜਾਣਕਾਰੀ ਦਿੱਤੀ। ਤੇ ਜਾਂਦੇ ਜਾਂਦੇ ਇਹ ਵੀ ਦਰਸ਼ਕਾਂ ਨੂੰ ਇੱਕ ਚੰਗੀ ਚੀਜ਼ ਦੱਸ ਦਿਓ ਕਿ ਜਿਸ ਤਰੀਕੇ ਦੇ ਨਾਲ ਇਸ ਵੇਲੇ ਹਾਲਾਤ ਨੇ, ਕਰੋਨਾ ਨੂੰ ਲੈ ਕੇ ਬਹੁਤ ਸਾਰੇ ਡਰ ਹੈਗਾ ਕਿ ਆਸਟ੍ਰੇਲੀਆ ਦੀ ਗਵਰਨਮੈਂਟ ਜਿਹੜੀ ਹੈਗੀ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਵੱਡੀਆਂ ਅਹਿਮ ਕੰਡੀਸ਼ਨਸ ਕੀ ਹੈਗੀਆਂ, ਕਿਹੜੀ ਮੈਡੀਸਨ ਲੱਗੀ ਹੋਣੀ ਚਾਹੀਦੀ ਹੈ, ਡੋਜ਼ ਲੱਗੀ ਹੋਣੀ ਚਾਹੀਦੀ ਹੈ, ਇਹਦੇ ਬਾਬਤ ਵੀ ਜ਼ਰੂਰ ਜਾਣਕਾਰੀ ਜਾਂਦੇ ਜਾਂਦੇ ਦੇ ਦਿਓ। ਤਾਂ ਮੈਂ ਸਾਰੇ ਉਹਨਾਂ ਬੱਚਿਆਂ ਨੂੰ ਦੱਸੂਗਾ ਜਿਨ੍ਹਾਂ ਦਾ ਆਲਰੇਡੀ ਵੀਜ਼ਾ ਆ ਚੁੱਕਿਆ ਹੈਗਾ, ਉਹਨਾਂ ਦਾ ਚਾਹੇ ਪੈਰਾਗੌਨ ਤੋਂ ਆਇਆ, ਕਿਸੇ ਤੋਂ ਵੀ ਆਇਆ, ਕਿਸੇ ਹੋਰ ਕੰਪਨੀ ਤੋਂ ਆਇਆ। ਹੁਣ ਫਲਾਈਟਾਂ ਖੁੱਲ੍ਹ ਗਈਆਂ ਨੇ ਜੀ, 15 ਤੋਂ ਬਾਅਦ ਜਿਹੜੀਆਂ ਫਲਾਈਟਾਂ ਜੀ ਸਟਾਰਟ ਹੋ ਜਾਣਗੀਆਂ। ਤੁਹਾਡੇ ਜਿਹੜੀਆਂ 2-3 ਕੰਡੀਸ਼ਨ ਹੈ ਇੱਥੇ, ਜ਼ਿਆਦਾ ਕੋਈ ਮੁਸ਼ਕਿਲ ਕੰਡੀਸ਼ਨ ਨਹੀਂ ਹੈਗੀ ਜਿਹੜੇ ਉਸਨੇ ਗੌਰਮੈਂਟ ਨੇ ਰੱਖੇ ਨੇ। ਇੱਕ ਤਾਂ ਜਿਹੜਾ ਤੁਹਾਡਾ ਕਰੋਨਾ ਨੈਗੇਟਿਵ ਟੈਸਟ ਹੋਣਾ ਚਾਹੀਦਾ ਜੀ, 3 ਦਿਨ ਪਹਿਲਾਂ ਨਹੀਂ ਹੋਣਾ ਚਾਹੀਦਾ। ਜਦੋਂ ਤੁਸੀਂ ਆਸਟ੍ਰੇਲੀਆ ਧਰਤੀ 'ਤੇ ਲੈਂਡ ਕਰਨਾ 3 ਦਿਨਾਂ ਤੋਂ ਪੁਰਾਣਾ ਤੁਹਾਡੀ ਕਰੋਨਾ ਦੀ ਰਿਪੋਰਟ ਨਹੀਂ ਹੋਣੀ ਚਾਹੀਦੀ। ਪਲੱਸ ਤੁਹਾਡੇ ਜਿਹੜੀ ਵੈਕਸੀਨੇਸ਼ਨ ਲੱਗੀ ਹੋਣੀ ਚਾਹੀਦੀ ਹੈ ਕੋਵਿਡ-19 ਦੀ। ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਦੋਨੋਂ ਇੰਡੀਆ ਦੀਆਂ ਜਿਹੜੀਆਂ ਦੋਨੇ ਕੋਵਿਸ਼ੀਲਡ ਐਂਡ ਕੋਵੈਕਸਿਨ ਦੋਨੇ ਹੀ ਅਪਰੂਵ ਕਰਤੀਆਂ ਜਿਹੜੀਆਂ ਆਸਟ੍ਰੇਲੀਆ ਸਰਕਾਰ ਨੇ। ਅਗਰ ਤੁਹਾਡੇ ਕੋਵੈਕਸਿਨ ਲੱਗੀ ਹੈ, ਕੋਵਿਸ਼ੀਲਡ ਲੱਗੀ ਹੈ ਤਾਂ ਤੁਸੀਂ ਆਸਟ੍ਰੇਲੀਆ ਆਰਾਮ ਨਾਲ ਜਾ ਸਕਦੇ ਹੋ ਤੁਸੀਂ। ਉਸ ਤੋਂ ਬਾਅਦ ਜਿਹੜੀਆਂ ਦੂਸਰੀਆਂ ਵੀ ਹੈਗੀਆਂ ਜਿੱਦਾਂ UK ਦੀ ਹੈਗੀ ਆ ਜੀ, ਆਪਣੀ ਆਸਟ੍ਰੇਲੀਆ ਦੀ ਵੈਕਸੀਨ ਹੈਗੀ, ਉਹ ਸਾਰੀਆਂ ਉੱਥੇ ਅਪਰੂਵਡ ਹੈਗੀਆਂ ਮੋਸਟਲੀ। ਬਹੁਤ ਸ਼ੁਕਰੀਆ ਰਣਜੀਤ ਜੀ, ਤੁਸੀਂ ਤਮਾਮ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਧੰਨਵਾਦ ਤੁਹਾਡਾ। ਥੈਂਕ ਯੂ ਜੀ। ਤਾਂ ਅੱਜ ਰਣਜੀਤ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰੀਕੇ ਨਾਲ ਵਿਦਿਆਰਥੀਆਂ ਦੇ ਲਈ ਮੌਕਾ ਲੈ ਕੇ ਆਏ ਨੇ ਕਿ ਜਿਹੜੇ ਬੱਚੇ ਸਿੱਧੇ ਤੌਰ ਤੇ ਆਪਾਂ ਮੰਨ ਲਈ ਕਿ ਫਾਈਨੈਂਸ਼ੀਅਲ ਤੌਰ ਤੇ ਜ਼ਿਆਦਾ ਖਰਚਾ ਨਹੀਂ ਕਰ ਸਕਦੇ, ਉਹਨਾਂ ਲਈ ਡਰਾ ਕੱਢ ਰਹੇ ਨੇ। 5 ਵਿਦਿਆਰਥੀਆਂ ਦੀ ਕਿਸਮਤ ਚਮਕ ਸਕਦੀ ਹੈ ਇਸ ਡਰਾ ਦੇ ਦੌਰਾਨ। ਉਹਨਾਂ ਨੂੰ ਕੋਈ ਵੀ ਖਰਚਾ ਨਹੀਂ ਕਰਨਾ ਪਵੇਗਾ, ਸਿਰਫ 10,000 ਤੇ ਨਾਲ GST ਜਿਹੜੀ ਫੀਸ ਆ ਉਹ ਦੇਣੀ ਪਵੇਗੀ। ਉਸ ਤੋਂ ਬਾਅਦ ਉਹਨਾਂ ਨੂੰ ਆਸਾਨੀ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਜਾਣ ਦਾ ਮੌਕਾ ਮਿਲ ਸਕਦਾ। ਤੇ ਬਾਕੀ ਜਿਹੜੇ ਵਿਦਿਆਰਥੀ ਹੋਰ ਵੀ ਆਸਟ੍ਰੇਲੀਆ ਜਾਣ ਦੇ ਇੱਛੁਕ ਹੈਗੇ ਨੇ ਉਹਨਾਂ ਦੇ ਲਈ ਵੀ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਵੱਲੋਂ ਕਹਿ ਰਹੇ ਨੇ ਕਿ ਮੌਕੇ ਲੈ ਕੇ ਆਉਂਦੇ ਰਹਿਣਗੇ। ਫਿਲਹਾਲ ਤੁਹਾਡੇ ਤੋਂ ਅੱਗੇ ਨੇ, ਤੁਹਾਡੇ ਜ਼ਿਹਨ ਦੇ ਵਿੱਚ ਵੀ ਬਹੁਤ ਸਾਰੇ ਸਵਾਲ ਹੋਣੇ ਆ, ਤੁਸੀਂ ਸਵਾਲ ਆਪਣੇ ਕਮੈਂਟਾਂ ਦੇ ਜ਼ਰੀਏ ਜ਼ਰੂਰ ਸਾਡੇ ਨਾਲ ਸਾਂਝੇ ਕਰਿਓ। ਅਸੀਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਗਲੀ ਇੰਟਰਵਿਊ ਦੇ ਵਿੱਚ ਜ਼ਰੂਰ ਪੁੱਛਾਂਗੇ। ਫਿਲਹਾਲ ਤੁਹਾਡੇ ਤੋਂ ਅੱਗੇ ਨੇ, ਬਹੁਤ ਬਹੁਤ ਧੰਨਵਾਦ। ਥੈਂਕ ਯੂ। ਇੱਕ ਆਫਰ ਦਾ ਜ਼ਿਕਰ ਚੱਲ